ਕਛੀ ਹੋਣੀ ਚਾਹੀਦੀ। ਜਿਵੇਂ ਭਾਈ ਆਪਾਂ ਹੁਣੇ ਇਤਿਹਾਸ ਸਰਵਣ ਕੀਤਾ, ਬਾਬਾ ਮੱਖਣ ਸ਼ਾਹ ਜੀ ਨੂੰ ਕਿੰਨੀ ਪ੍ਰੀਤ ਤੇ ਕਿੰਨਾ ਪਿਆਰ ਸੀ। ਭਟਕਣਾ ਉਹਨਾਂ ਨੂੰ ਵੀ ਪਿਆ। ਗੁਰੂ ਲੱਭਣਾ, ਗੁਰੂ ਦਰਸ ਕੋਈ ਆਸਾਨੀ ਦਾ ਕੰਮ ਨਹੀਂ ਹੈ। ਥੋੜੀ ਸਰੀਰ ਕਰਕੇ, ਥੋੜੀ ਮਨ ਕਰਕੇ, ਬਿਰਤੀ ਕਰਕੇ ਕਹਿ ਲਈ, ਜਾਗਰਤੀ ਕਰਕੇ, ਖੇਚਲ ਕਰਕੇ ਉਹਨਾਂ ਨੇ ਗੁਰਦੇਵ ਤੱਕ ਪਹੁੰਚਣਾ ਕੀਤਾ। ਜਿਹੜਾ ਹੁਣ ਸਮਾਂ ਚੱਲਦਾ ਵਰਤਮਾਨ, ਸਾਡੇ ਸਰੀਰ ਨੇ ਆਤਮਾ ਤੇ ਮਰੀ ਪਈ ਹੈ, ਜ਼ਮੀਰ ਤੇ ਖਤਮ ਹੀ ਅੰਦਰੋਂ। ਸਰੀਰ ਜਾਗਦੇ ਹੈ। ਰੱਬ ਨਾਲ ਪ੍ਰੀਤ, ਪਰਮਾਤਮਾ ਨਾਲ ਪ੍ਰੀਤ ਕਿਸੇ ਵਿਰਲੇ ਵਿਰਲੇ ਸੱਜਣ, ਗੁਰਸਿੱਖ, ਗੁਰਮੁਖ ਪ੍ਰਾਣੀ ਦੀ ਸਰੀਰ ਦੀ ਹੈ। ਸਿੱਧਾ ਸਿੱਧਾ ਮੈਂ ਕਹਾਂ ਕਿ ਰੱਬ ਨੂੰ ਪਾਉਣ ਦੀ ਤੜਫ ਕਿਸੇ ਕਿਸੇ ਹਿੱਸੇ ਆਉਂਦੀ, ਕਿਸੇ ਕਿਸੇ। ਨਹੀਂ ਤੇ ਆਪਣਾ ਸਾਰਿਆਂ ਦਾ ਦਿਮਾਗ ਇੱਥੇ ਲੱਗਾ ਹੈ, ਬਿਜ਼ਨਸ ਕਿਵੇਂ ਸੈੱਟ ਕਰਨਾ ਹੈ, ਪਰਿਵਾਰ ਨੂੰ ਕਿਵੇਂ ਸੈੱਟ ਕਰਨਾ ਹੈ, ਮਾਇਆ ਕਿਵੇਂ ਲਿਆਉਣੀ ਹੈ ਘਰ ਵਿੱਚੋਂ। ਮਤਲਬ ਹਰ ਟਾਈਮ ਸਾਡਾ ਦਿਮਾਗ ਸੰਸਾਰਿਕ ਉਲਝਣਾਂ ਦੇ ਵਿੱਚ, ਬਿਜ਼ਨਸ ਨੂੰ, ਪਰਿਵਾਰ ਨੂੰ, ਹਰ ਚੀਜ਼ ਨੂੰ ਸੈਟਲ ਕਰਨ 'ਚ ਲੱਗਾ। ਪਰ ਕੋਈ ਇੱਕ ਅੱਧਾ ਪੁਰਖ ਹੁੰਦਾ ਹੈ, ਇੱਕ ਅੱਧਾ ਮਨੁੱਖਿਆ ਹੈ ਜੋ ਸੰਗਤ ਜੀ ਆਪਣੀ ਰੂਹ ਦੇ ਅੰਦਰਲੇ ਜੀਵਨ ਨੂੰ ਸਵਾਰਨ ਦਾ ਵੀ ਯਤਨ ਕਰਦਾ ਹੈ ਕਿ ਇਹ ਸਰੀਰ ਜੇ ਜਨਮ ਹੋਇਆ ਤੇ ਮ੍ਰਿਤੂ ਵੀ ਹੋਣੀ ਹੈ। ਇੱਥੇ ਸਵਾਰ ਦੇ ਕਰੋੜਾਂ ਅਰਬਾਂ ਤੁਰ ਗਏ, ਤੁਰ ਆਪਾਂ ਵੀ ਜਾਣਾ, ਪਰ ਇਹ ਸਾਡਾ ਭੁਲੇਖਾ। ਇਸ ਦੁਨੀਆ ਦੇ ਅੰਦਰ ਜਿਨ੍ਹਾਂ ਨੇ ਸੰਸਾਰ ਸਵਾਰਨ ਦਾ ਯਤਨ ਕੀਤਾ, ਠੀਕ ਮੰਜ਼ਿਲ ਜ਼ਰੂਰ ਮਿਲੀ, ਤਰੱਕੀ ਮਿਲੀ, ਕਮਾਇਆ ਜ਼ਰੂਰ, ਧਨ ਅਮੀਰ ਜ਼ਰੂਰ ਹੋਏ, ਪਰ ਰੂਹ ਦੇ, ਮਨ ਦੇ ਸਦਾ ਗਰੀਬ ਰਹੇ। ਅਧਿਆਤਮਕ ਸਫ਼ਰ ਜਿਨ੍ਹਾਂ ਨੇ ਅਜਮਾਇਆ, ਹੁਣ ਕਿਸੇ ਭਗਤ ਦਾ ਜੀਵਨ ਪੜ੍ਹੋ, ਕਿਸੇ ਸੰਤ ਫਕੀਰ ਦਾ ਜੀਵਨ ਪੜ੍ਹੋ, ਬੜੇ ਬੜੇ ਗਰੀਬ ਘਰਾਣਿਆਂ ਚੋਂ, ਤੇ ਜਦੋਂ ਪਰਮੇਸ਼ਵਰ ਦੀ ਦਇਆ ਦ੍ਰਿਸ਼ਟੀ ਅਪਾਰ ਬਖਸ਼ਿਸ਼ ਹੋਈ, ਸਾਰਾ ਸੰਸਾਰ ਉਹਨਾਂ ਨੂੰ ਨਮਸਕਾਰਾਂ ਕਰਦਾ ਹੈ, ਜੈ ਜੈਕਾਰ ਕਰਦਾ ਹੈ, ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ। ਭਗਤ ਰਵਿਦਾਸ ਜੀ, ਜੁੱਤੀਆਂ ਗੰਢਣ ਵਾਲੇ ਪੁਰਖ, ਜੁੱਤੀਆਂ ਗੰਢਣ ਵਾਲਾ ਮਹਾਨ ਪੁਰਖ, ਜਿਨੇ ਪਰਮ ਪਦਵੀ ਪਰਮਾਤਮਾ ਬੇਗਮਪੁਰੇ ਸ਼ਹਿਰ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਉਸ ਅਵਸਥਾ ਆਨੰਦ ਨੂੰ ਮਾਣਿਆ। ਮੱਖਣ ਸ਼ਾਹ ਨੇ ਗੁਰੂ ਨੂੰ ਲੱਭਿਆ। ਆਓ ਆਪਾਂ ਵੀ ਜਾਗਰਤੀ ਲਿਆਈਏ। ਤੁਸੀਂ ਹੈਰਾਨ ਹੋਵੋਗੇ, ਪਰਮਾਤਮਾ ਕੋਈ ਬੜੀ ਦੂਰ ਨਹੀਂ ਰਹਿੰਦਾ। ਉੱਤੇ ਆਕਾਸ਼ ਵੱਲ ਵੇਖਦੇ ਫਿਰਦੇ ਆ ਕਿ ਪਰਮਾਤਮਾ ਆਕਾਸ਼ 'ਚ ਰਹਿੰਦਾ ਹੋਵੇਗਾ, ਸਾਡਾ ਭਰਮ ਹੈ। ਰੱਬ ਗਗਨ 'ਚ ਨਹੀਂ ਰਹਿੰਦਾ, ਪਰਮਾਤਮਾ ਆਕਾਸ਼ ਵਿੱਚ ਨਹੀਂ ਰਹਿੰਦਾ। ਗੁਰਬਾਣੀ ਦਾ ਫਰਮਾਨ ਹੈ, ਹਰਨ ਭਰਨ ਜਾਕਾ ਨਿਤਰਫ। ਕਹਿੰਦੇ ਤੁਹਾਡੀ ਅੱਖ ਦੇ ਝਮਕੇ ਨਾਲੋਂ ਵੀ ਪਰਮਾਤਮਾ ਇੰਨਾ ਦਿਆਲੂ ਹੈ। ਜਿਹੜੇ ਤੁਸੀਂ ਸਵਾਸ ਲੈ ਰਹੇ ਹੋ ਨਾ, ਸਾਹ, ਇਹ ਸਾਹ ਵੀ ਉਸ ਰੱਬ ਦੀ ਦਾਤ ਹੈ, ਪਰਮਾਤਮਾ ਦੀ। ਇਹਨਾਂ ਸਵਾਸਾਂ ਤੋਂ ਵੀ ਕਰੀਬ ਤੁਸੀਂ ਕਦੇ ਅਜਮਾ ਕੇ ਦੇਖੋ ਕਿ ਤੁਹਾਡੇ ਨੇੜੇ ਕੌਣ ਹੈ। ਚਾਹੇ ਤੁਹਾਡਾ ਪਤੀ ਪਤਨੀ ਦਾ ਰਿਸ਼ਤਾ ਹੈ, ਸੱਜਣ ਮਿੱਤਰ ਦਾ ਰਿਸ਼ਤਾ ਹੈ, ਧੀ ਪੁੱਤ ਦਾ ਰਿਸ਼ਤਾ ਹੈ, ਕੋਈ ਵੀ ਦੁਨਿਆਵੀ ਰਿਸ਼ਤਾ ਹੈ, ਕਦੇ ਸੋਚ ਕੇ ਦੇਖੋ ਸਭ ਤੋਂ ਕਰੀਬ ਸਾਡੀ ਜ਼ਿੰਦਗੀ ਵਿੱਚ ਕੌਣ ਹੈ। ਤੁਸੀਂ ਮਹਿਸੂਸ ਕਰੋਗੇ ਸਭ ਤੋਂ ਕਰੀਬ ਸਾਡੇ ਸਵਾਸ ਨੇ, ਔਰ ਸਵਾਸਾਂ ਤੋਂ ਕਰੀਬ ਸਾਡੇ ਪਰਮਾਤਮਾ, ਜਿਹਦਾ ਨਾਮ ਹੀ ਪਰਮਾਤਮਾ। ਜੇ ਆਤਮਾ ਹੈ ਤੇ ਜੀਵਨ ਹੈ, ਆਤਮਾ ਨਹੀਂ ਤੇ ਜੀਵਨ ਵੀ ਬਰਬਾਦ ਹੋ ਜਾਏਗਾ, ਤਬਾਹ ਹੋ ਜਾਏਗਾ, ਸਰੀਰ ਲਾਸ਼ ਹੋ ਜਾਏਗਾ। ਪਰਮਾਤਮਾ, ਆਤਮਾ, ਆਤਮਾ ਪਰਮਾਤਮਾ ਦੀ ਅੰਸ਼, ਸਭ ਤੋਂ ਕਰੀਬ ਸਾਡੇ ਪ੍ਰਭੂ ਹੈ, ਪਰਮਾਤਮਾ ਹੈ। ਤਾਂ ਹੀ ਤਾਂ ਰੋਜ਼ ਜਾਪ ਛਪ ਸਾਰੇ ਪੜ੍ਹਦੇ ਨੇ, ਸਦਾ ਅੰਗ ਸੰਗੇ ਅਪੰਗਮ ਵਿਭੂਤੀ। ਉਹ ਇੰਨੀ ਨੇੜੇ ਹੈ। ਪਰ ਹੁਣ ਦੇਖੋ, ਬਿਰਤੀ ਨਹੀਂ ਹੈ, ਧਿਆਨ ਹੀ ਨਹੀਂ ਨਾ, ਇੱਧਰ ਲੱਭਣਾ ਨਹੀਂ ਹੈ, ਖੋਜਣਾ ਨਹੀਂ ਹੈ। ਸਾਰਿਆਂ ਨੂੰ ਹੁੰਦਾ, ਜਿੱਦਾਂ ਪੰਜਾਬੀ ਕਹਿੰਦੇ ਵੀ ਫਰੀ ਦਾ ਮਾਲ ਮਿਲਣਾ ਚਾਹੀਦਾ, ਵੀ ਫਰੀ ਦਾ ਸਾਰਾ ਕੁਝ ਹੋ ਜੇ। ਇੱਕ ਸਿੰਘ ਹੁੰਦਾ ਸੀ, ਬੜਾ ਪਿਆਰ ਕਰਦਾ ਹੁੰਦਾ ਸੀ, ਚੜ੍ਹਾਈ ਕਰ ਗਿਆ। ਉਹਨੇ ਜਦੋਂ ਵੀ ਮੈਨੂੰ ਮਿਲਣਾ, ਉਹਨੇ ਆਖਿਆ ਕਰਨਾ, ਬਾਬਾ ਜੀ ਬੰਦਗੀ ਏਦਾਂ ਮੇਰੇ ਸਰੀਰ 'ਚ ਪਾ ਦਿਓ ਵੀ ਤੁਸੀਂ ਜੱਪੀ ਤੇ ਮੇਰੇ ਸਰੀਰ 'ਚ ਇੰਝ ਹੀ ਪਾ ਦਿਓ। ਮੈਂ ਕਿਹਾ ਵੀ ਮੈਂ ਜਾਦੂਗਰ ਮੈਂ,
मैं कहा तू मैनू जादूगर समझिया? अवस्था ਜਾਂ फकीर ਜਾਂ चमत्कार ये जादूगर नहीं है। मतलब ਆਪਾਂ चमत्कार ਨੂੰ ਜਾਦੂ ਸਮਝ ਲੈਂਦੇ ਹਾਂ। चमत्कार कोई जादू नहीं ਹੁੰਦਾ। चमत्कार परमेश्वर ਦੀ ਰਜ਼ਾ 'ਚ ਹੁੰਦਾ ਹੈ, ਕੁਦਰਤੀ ਹੈ। ਉਹ ਸਹਿਜ ਸੁਭਾਏ ਤੁਸੀਂ ਮੰਨ ਲਓ ਮੰਡੀ ਆਪਾਂ ਅਰਦਾਸਾਂ ਕਰਵਾਈਆਂ, ਆ 1000 ਸਰੀਰ ਬੈਠਾ ਹੈ ਤੇ 1000 ਚੋਂ ਜਿੰਨਿਆਂ ਨੇ ਅਰਦਾਸ ਕਰਨੀ ਮਨ ਨਾਲ, ਅਗਲੇ ਆਤਰ ਹੁੰਦੇ परमात्मा का स्वीकार करे साड़ी अरदास प्रवान होवे। ਇਹਦਾ मतलब कि वो जादू हो गया? वो जादू नहीं है। वो एक ਕੁਦਰਤੀ परमात्मा साडे मन परमात्मा जुड़िया। किसी सियाणे ਦਾ कहना जो तुसीं सोचते हो तुसीं ਉਹੋ ਜਿਹੇ ਬਣੋਗੇ जरूर, अज नहीं तो कल नहीं। जिस संगत माहौल तुसीं बैठते हो, चाहे वह जुआरियां दा, चाहे वह व्यापारियां दा, चाहे वह फकीरां दा, चाहे वह चोरां दा, चाहे यारां दा, ਜਿਹੜੇ संग माहौल तुसीं बैठना करोगे थोड़े समय ਲਈ ਉਹ ਤੁਹਾਡੇ ਤੇ ਅਸਰ ਕਰੇਗਾ ਹੀ ਕਰੇਗਾ। ਕੋਈ ਬਹੁਤੀ ਵੱਡੀ ਗੱਲ ਨਹੀਂ। जिस वातावरण तुसीं रहना है वो वातावरण तुहाडे ते असर करेगा। हुण कई बंदे मैं देखे कहंदे हुंदे बाबा जी ਪਹਿਲੋਂ भजन शुरू किया ही सिमरन, ਆਪਾਂ ਪੰਜਾਬੀ ਬੰਦਗੀ ਵੀ ਕਹਿ ਲੈਂਦੇ, ਸਿਮਰਨ ਸ਼ੁਰੂ ਕੀਤਾ ਹੀ ਤੇ ਮਨ ਬੜਾ ਲੱਗਦਾ ਹੁੰਦਾ ਜੀ। ਹੁਣ ਵੇਲਾ ਸਮਾਂ ਇਹੋ ਜਿਹਾ ਹੈ, ਪਾਠ ਕਰਨ ਬਈਦਾ ਵਾ ਤੇ ਮਨ ਲੱਗਦਾ ਹੀ ਕੋਈ ਨਹੀਂ। ਪਾਠ ਕਰਨ ਬਈਦਾ, ਸਿਮਰਨ ਕਰਨ ਬਈਦਾ, ਲੱਗਦਾ ਹੀ ਕੋਈ ਨਹੀਂ। ਉਹਦੀ ਵਜ੍ਹਾ ਸਿਰਫ ਇੱਕੋ ਹੀ ਹੈ, ਜਿੱਦਣ ਤੂੰ ਪਾਠ ਕਰਨ ਬੈਠਾ ਸੈਂ ਜਾਂ ਬੀਬੀਆਂ ਕੋਈ ਮਾਈ ਭਾਈ ਬੈਠੀ ਹੈ ਪਾਠ ਕਰਨ ਲੱਗਦੇ ਹੈ, ਉਦੋਂ ਸਾਡਾ ਵਾਤਾਵਰਨ ਕੁਛ ਹੋਰ ਹੁੰਦਾ ਹੈ। ਹੌਲੀ ਹੌਲੀ ਜਦੋਂ ਅਸੀਂ ਹੋਰ ਲੋਕਾਂ ਫਜ਼ੂਲ ਦੁਨੀਆ 'ਚ ਬਹਿਣਾ ਸ਼ੁਰੂ ਕਰਾਂਗੇ ਤੇ ਸੰਗਤ ਜੀ ਸਾਡੇ ਮਨ ਦੇ ਵਿੱਚ ਉਹਨਾਂ ਚੀਜ਼ਾਂ ਦਾ ਅਸਰ ਥੋੜੀ ਦੇਰ ਵਾਸਤੇ ਹੋਏਗਾ ਹੀ ਹੋਏਗਾ। ਕਦੇ ਵੀ ਸਿਮਰਨ 'ਚ ਮਨ ਨਹੀਂ ਲੱਗੇਗਾ, ਕਿਉਂਕਿ ਮਨ ਅੱਗੇ ਮੈਲਾ ਹੈ ਤੇ ਸੁਣ ਸੁਣ ਕੇ ਹੋਰ ਮੈਲਾ ਹੋ ਜਾਂਦਾ। ਕੰਨ ਸੁਣਦੇ ਨੇ ਨਾ, ਜ਼ਰੂਰੀ ਨਹੀਂ ਕਿ ਰਚਨਾ ਦਾ ਭੋਗ ਹੈ। ਕੰਨ ਵੀ ਭੋਗਦੇ ਨੇ, ਅੱਖਾਂ ਵੀ ਭੋਗਦੀਆਂ, ਨੱਕ ਵੀ ਭੋਗਦਾ, ਰਚਨਾ ਵੀ ਭੋਗਦੀ ਹੈ। ਸਾਰੇ ਸਰੀਰ ਦੇ ਜਿੰਨੇ ਇੰਦਰੀ ਨੇ ਸਾਰੇ ਭੋਗ ਵਿਲਾਸਾਂ 'ਚ ਫਸੇ ਆ। ਉਸ ਬੱਚੇ ਨੇ ਆਖਿਆ ਕਹਿੰਦਾ ਬਾਬਾ ਜੀ ਬੰਦਗੀ ਨੂੰ ਮੇਰੇ ਸਰੀਰ 'ਚ ਇੰਝ ਹੀ ਪਾ ਦਿਓ। मेरा हादसा निकल गया। मैं कहा यार तू रब नूं सौखा जिहा लाया वा। कहंदे माथे तिलखत माला बाना लोगन राम खलोना जाना। मैं कहा भाई आ गिट्टे कहा जाते आ बंदगी करदे शरीर अद्धे हो जाते आ ते सारी सारी रात जाग जाग के अखां भी एवें हुंदियां वा वेखण वाला कहूगा बाबे खरे किन्ना कुछ खादा। सारी सारी रात जागना, परमात्मा नाल प्रीत पाउणी ते ਮੰਗਣ ਵਾਲੇ ਨੂੰ ਹੁੰਦਾ ਕਿ ਬਸ ਇਦਾਂ ਹੀ ਫਰੀ ਦੇ ਵਿੱਚ ਮਿਲ ਗਿਆ। ਭਾਈ ਮੱਖਣ ਸ਼ਾਹ ਨੇ 5 ਮੋਹਰਾਂ ਰੱਖ ਕੇ ਪਰਖ ਕੀਤੀ ਕਿ ਸੱਚਾ ਗੁਰੂ ਕਿੱਥੇ। ਉਸ ਪੁਰਖ ਦੀ ਸਰੀਰ ਦੀ ਕਿੰਨੀ ਭਾਵਨਾ ਹੋਵੇਗੀ। ਹਰ ਮਨੁੱਖ ਅੱਗੇ 5 ਮੋਹਰਾਂ ਰੱਖਦਾ ਫਿਰਦਾ ਹੈ, ਪਰਖ ਕਰਦਾ ਕਿਤੇ ਗੁਰੂ ਸੱਚਾ ਮਿਲੂਗਾ ਤੇ ਬੋਲ ਪਊ। ਜਦੋਂ ਗੁਰਦੇਵ ਬੋਲੇ ਭਾਈ ਮੱਖਣ ਸ਼ਾਹ 500 ਮੋਹਰਾਂ ਸੁੱਖੀਆਂ ਸੈਂ 5 ਚੜਾਉਣਾ ਫਿਰਨਾ ਵਾ। ਮਹਾਰਾਜ ਆਪਣਾ ਬਾਣੇ ਦੇ ਵਿੱਚੋਂ ਮੋਢਾ ਦਿਖਾਉਂਦੇ ਕਹਿੰਦੇ ਦੇਖ ਤੇਰੇ ਇਸ ਬੇੜੇ ਨੂੰ ਪਾਰ ਕਰਨ ਵਾਸਤੇ ਮੈਂ ਮੋਢਾ ਲਾਇਆ। ਹੁਣ ਯਾਦ ਰੱਖੀਏ ਜ਼ਿੰਦਗੀ ਵਿੱਚ ਤਕਲੀਫਾਂ ਆਉਂਦੀਆਂ ਨੇ, ਦੁੱਖ ਆਉਂਦਾ, ਕਦੇ ਵੀ ਡੁੱਲਣਾ ਘਬਰਾਉਣਾ ਨਹੀਂ ਚਾਹੀਦਾ। ਗੁਰੂ ਅੱਜ ਵੀ ਮੋਢਾ ਦਿੰਦਾ, ਗੁਰੂ ਅੱਜ ਵੀ ਮੋਢਾ ਲਾਉਂਦਾ। कदे भी तकलीफ दुख विच घबराउणा ते डोलना ते भड़कना नहीं चाहिए। मत भूलो कि गुरुदेव दिखते नहीं। मैं अगे भी कहा तुसीं सोच के देखो साडे सब तो करीब की है स्वासां तो करीब कौन है? परमात्मा। और अज भी साडे भावें किन्ने काम रुके पे ने, किन्नियां मुसीबतां ने, किन्ने दुख संताप ने। ये मेरा बचन तुसीं याद रखियो, गुरु तुहाडे बेड़े नूं मोढा लाऊगा ही लाऊगा। गुरु एक समर्थ है, गुरु हर दे हिरदे च वसदा है। गुरु अपने भगतां दी लाज पत जरूर रखदा, वो मोढा दऊगा ही। बस थोड़ा मैं पिछली बार भी कहा सी, आत्म विश्वास, अपने आप ते विश्वास करना सीखो। थक गए सारे, कईयां नूं साल हो गया है।
ਰੋਜ਼ ਸੰਗਤ ਆਉਂਦੀ ਹੈ ਖਾੜਾ ਸਾਹਿਬ, ਰੋਜ਼ਾਨਾ ਹਾਜ਼ਰੀ ਭਰਦੇ ਨੇ ਬੜੇ ਬੜੇ ਦੂਰੋਂ। ਪਰ ਰੋਜ਼ ਅਰਦਾਸ ਹੁੰਦੀ ਕਿ ਬਾਬਾ ਸ਼੍ਰੀ ਚੰਦ ਜੀ ਤੁਸੀਂ ਬੜੇ ਦਿਆਲੂ ਹੋ, ਬੜੇ ਕਿਰਪਾਲੂ ਹੋ, ਨਾਨਕ ਨੰਦਨ ਹੋ, ਮਾਤਾ ਸੁਲੱਖਣੀ ਬੇਬੇ ਨਾਨਕਿਆਂ ਦੀ ਅੱਖ ਦੇ ਤਾਰੇ ਹੋ, ਸਭ ਦਾ ਤੁਸੀਂ ਭਲਾ ਕਰਨਾ ਹੈ। ਦੇਸ਼ ਦੀਆਂ ਸੰਗਤਾਂ, ਵਿਦੇਸ਼ ਦੀਆਂ ਸੰਗਤਾਂ, ਸਭ ਤੇ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਸਾਰਿਆਂ ਦੇ ਕਾਰਜ ਰਾਸ ਕਰਿਓ। ਹੁਣ ਸਮਾਪਤੀ ਹੈ। ਇੱਕ ਛੋਟੀ ਜਿਹੀ ਕਥਾ ਮੈਨੂੰ ਯਾਦ ਆਈ। ਬਾਬਾ ਸ਼੍ਰੀ ਚੰਦ ਸਾਹਿਬ ਕਿਸੇ ਨਗਰ ਦੇ ਵਿੱਚ ਬੈਠੇ ਸਨ ਤੇ ਭਗਵਾਨ ਜੀ ਦੇ ਸਰੀਰ ਨੂੰ ਥੋੜਾ ਤਾਪ ਬੁਖਾਰ ਚੜਿਆ ਸੀ। ਬੁਖਾਰ ਚੜਿਆ। ਉੱਥੋਂ ਦਾ ਰਾਜਾ ਜਹਾਂਗੀਰ ਦਰਸ਼ਨ ਕਰਨ ਵਾਸਤੇ ਆਇਆ ਤੇ ਮਰਦ ਦੀ ਜਿਹੜੀ ਕੰਬਲੀ ਸੀ ਨਾ, ਉਹ ਕੰਬਦੀ ਸੀ, ਹਿਲਦੀ ਪਈ ਸੀ। ਭਗਵਾਨ ਜੀ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਸਾਰੇ ਪਰਿਵਾਰ ਨੇ। ਹੁਣ ਜਿੰਨਾ ਬੰਦਾ ਅਮੀਰ ਹੁੰਦਾ ਨਾ, ਉਹਨੂੰ ਟੀਚਰ ਕਰਨ ਦੀ ਆਦਤ ਉਹਨੂੰ ਜ਼ਿਆਦਾ ਹੋਵੇਗੀ। ਕਦੇ ਜਮਾ ਕੇ ਵੇਖ ਲਓ, ਉਹਨੂੰ ਮਖੌਲ ਕਰਨ ਦੀ ਆਦਤ ਹੋਵੇਗੀ। ਲੈ ਤੂੰ ਰੋਜ਼ ਗੁਰਦੁਆਰੇ ਤੁਰਿਆ ਰਹਿਣਾ, ਰੋਜ਼ ਸਾਧਾਂ ਦੇ ਤੁਰਿਆ ਰਹਿਣਾ, ਰੋਜ਼ ਫਲਾਣੇ ਥਾਂ ਤੁਰਿਆ ਰਹਿਣਾ, ਉਹਦਾ ਸੁਭਾਅ ਬਣ ਜਾਂਦਾ। ਜਿੰਨਾ ਕੋਈ ਵਿਰਲਾ ਅਮੀਰ ਪੁਰਖ ਹੁੰਦਾ ਜਿਹਦੇ ਅੰਦਰ ਗਰੀਬੀ ਹੁੰਦੀ ਹੈ, ਤਨ ਦਾ ਅਮੀਰ ਹੋਏਗਾ, ਮਨ ਦੀ ਗਰੀਬੀ ਹੋਏਗੀ। ਉਹ ਵਿਰਲੇ ਕਰਮਾਂ ਵਾਲਾ ਸਰੀਰ ਹੁੰਦਾ, ਹਜ਼ਾਰਾਂ ਲੱਖਾਂ ਚ ਇੱਕ ਅੱਧਾ ਹੀ ਹੋਊਗਾ ਜਿਹੜਾ ਅਮੀਰ ਹੋ ਕੇ ਅੰਦਰ ਦੀ ਗਰੀਬੀ ਰੱਖੇ। ਨਹੀਂ ਤਾਂ ਜ਼ਬਾਨ ਹਮੇਸ਼ਾ ਗਲਤ ਬੋਲੇਗੀ, ਜ਼ਬਾਨ ਹਮੇਸ਼ਾ ਟੀਚਰ ਕਰੇਗੀ। ਉਹ ਜਹਾਂਗੀਰ ਬੈਠਾ, ਬਾਬਾ ਕਮਲਿਆ ਜੀ, ਬਾਬਾ ਧਰਮਚੰਦ ਜੀ ਨਾਲ ਸਨ। ਕੰਬਲੀ ਹਿੱਲੀ ਗਈ। ਜਹਾਂਗੀਰ ਨਮਸਕਾਰ ਕਰਕੇ ਮਨ ਸ਼ੰਕਾ ਆਂਦਾ, ਬਾਬਾ ਜੀ ਆ ਤੁਹਾਡੀ ਕੰਬਲੀ ਬਹੁਤ ਹਿਲਦੀ ਪਈ, ਕਾਰਨ ਕੀ ਹੈ? ਮਾਰੇ ਬੜੇ ਪਿਆਰ ਨਾਲ ਕਹਿੰਦੇ, ਭਾਈ ਸਾਹਿਬ ਤੁਸੀਂ ਆਣਾ ਸੀ ਤੇ ਮੇਰੇ ਪਿੰਡੇ ਨੂੰ, ਮੇਰੇ ਸਰੀਰ ਨੂੰ ਨਾ ਥੋੜਾ ਤਾਪ ਚੜਿਆ, ਬੁਖਾਰ ਚੜਿਆ, ਤੇ ਮੈਂ ਸੋਚਿਆ ਵੀ ਰਾਜੇ ਨਾਲ ਗੱਲਾਂ ਬਾਤਾਂ ਕਰਾਂਗੇ, ਬੁਖਾਰ ਨੂੰ, ਇਹ ਤਾਪ ਨੂੰ ਮੈਂ ਕੰਬਲੀ ਚ ਪਾ ਦਿੱਤਾ। ਇਹ ਬੁਖਾਰ ਤਾਪ ਨੂੰ ਮੈਂ ਕੰਬਲੀ ਚ ਪਾ ਦਿੱਤਾ ਥੋੜੇ ਸਮੇਂ ਵਾਸਤੇ, ਤੇਰੇ ਨਾਲ ਬਚਨ ਬਿਲਾਸ ਕਰ ਲਾਵਾਂਗੇ। ਸਰੀਰ ਢਿੱਲਾ ਸੀ। ਹੁਣ ਜਹਾਂਗੀਰ ਹੈ, ਉਹ ਕਹਿੰਦਾ ਬਾਬਾ ਜੀ ਏਦਾਂ ਕਿੱਦਾਂ ਹੋ ਸਕਦਾ ਕਿ ਤੁਸੀਂ ਆਪਣੇ ਤਾਪ ਨੂੰ ਕੰਬਲੀ ਚ ਪਾ ਦਿੱਤਾ? ਉਹ ਕਹਿੰਦੇ ਭਾਈ ਤੈਨੂੰ ਕਿਹਾ ਨਾ ਵੀ ਬੁਖਾਰ ਸੀ, ਇਹਦੇ ਵਿੱਚ ਪਾ ਦਿੱਤਾ। ਉਹਨੇ ਦੂਜੀ ਵਾਰ ਤੀਜੀ ਵਾਰ ਫੇਰ ਕਿਹਾ। ਮਾਰੇ ਕਹਿੰਦੇ ਯਕੀਨ ਨਹੀਂ ਆਉਂਦਾ, ਚੱਲ ਤੇ ਇੱਕ ਰਾਤ ਵਾਸਤੇ ਬੁਖਾਰ ਤੂੰ ਲੈ ਲੈ ਧਾਰਾ। ਉਹ ਮਾਰੇ ਕਹਿੰਦੇ ਜਾ ਧੀਏ ਰਾਜੇ ਨੂੰ ਚੜ ਜਾ। ਉਹ ਘਰ ਪਹੁੰਚਿਆ, ਜਾ ਕੇ ਉਹਨੂੰ ਬੁਖਾਰ ਚੜ ਗਿਆ। ਸਾਰੀ ਰਾਤ ਕੰਬਲੀਆਂ ਖੜੀਆਂ, ਪਸੀਨਾ ਆਵੇ, ਬੁਰੇ ਉਹਦੇ ਹਾਲ। ਕਹਿੰਦਾ ਉਹ ਫਕੀਰਾਂ ਨਾਲ ਕਦੇ ਪੰਗਾ ਨਹੀਂ ਲੈਣਾ ਚਾਹੀਦਾ। ਫਕੀਰ ਦੀ ਰਜਾ 'ਚ ਕਦੇ ਵੀ ਵਿਗਨ ਨਹੀਂ ਪਾਉਣਾ ਚਾਹੀਦਾ। ਜਦੋਂ ਦੇਖਿਆ ਸਵੇਰ ਚੜੀ, ਬਾਬਾ ਸ਼੍ਰੀ ਚੰਦ ਦੇ ਚਰਨਾਂ 'ਚ ਹਾਜ਼ਰ ਹੋ ਜਾਂਦਾ, ਮਹਾਰਾਜ ਹੋਰ ਕੋਈ ਗੱਲ ਨਹੀਂ, ਆਪਣਾ ਬੁਖਾਰ ਆਪਣੇ ਕੋਲ ਰੱਖੋ, ਇਹ ਮੇਰੇ ਵਾਸਤੇ ਦਾ ਕੰਮ ਨਹੀਂ। ਮਹਾਰਾਜ ਕਹਿੰਦੇ ਤੁਹਾਨੂੰ ਇਹ ਪਹਿਲਾਂ ਹੀ ਕਹਿ ਰਹੇ ਸੀ ਭਾਈ, ਇਹ ਤਈਆ ਤਾਪ ਹੈ, ਲਾ ਕੇ ਇੱਥੇ ਰੱਖਿਆ ਵਾ। ਕਹਿੰਦਾ ਮੇਰਾ ਤੇ ਇੱਕ ਰਾਤ ਦੇ ਵਿੱਚ ਉਹ ਹਾਲ ਹੋਇਆ ਮਹਾਰਾਜ, ਲਾਓ। ਮਹਾਰਾਜ ਨੇ ਫਿਰ ਉਹਨੂੰ ਠੀਕ ਕੀਤਾ। ਕਹਿੰਦਾ ਮਹਾਰਾਜ ਮੇਰੇ ਮਹਿਲਾਂ ਚਰਨ ਪਾਓ। ਭਗਵਾਨ ਜੀ ਕਹਿੰਦੇ ਆਵਾਂਗੇ। ਹਾਥੀ ਘੱਲਿਆ, ਹਾਥੀ ਘੱਲਿਆ। ਮਹਾਰਾਜ ਹਾਥੀ ਵਾਲੇ ਸਿਪਾਹੀਆਂ ਨੂੰ ਕਹਿਣ ਲੱਗੇ, ਭਾਈ ਅਸੀਂ ਆਪੇ ਕਮਲੀ ਨਾਲ ਆ ਜਾਵਾਂਗੇ, ਤੁਸੀਂ ਹਾਥੀ ਲੈ ਜਾਓ, ਹਾਥੀ ਤੇ ਸਵਾਰੀ ਨਹੀਂ ਕਰਨੀ। ਕਹਿੰਦੇ ਨਹੀਂ ਮਹਾਰਾਜ ਹਾਥੀ ਤੇ ਬੈਠੋ। ਮਹਾਰਾਜ ਕਹਿੰਦੇ ਸਾਡਾ ਤੁਹਾਡਾ ਹਾਥੀ ਸਾਡਾ ਭਾਰ ਨਹੀਂ ਚੱਲ ਸਕਦਾ। ਉਹ ਕਹਿੰਦੇ ਨਹੀਂ ਤੁਸੀਂ ਬੈਠੋ। ਮਹਾਰਾਜ ਕਹਿੰਦੇ ਚਲੋ ਮੈਂ ਕੀ ਬਣਿਆ, ਮੇਰੀ ਕੰਬਲੀ ਰੱਖ ਕੇ ਦਿਖਾ ਦਿਓ। ਉਹਨਾਂ ਬਾਬਾ ਸ਼੍ਰੀ ਚੰਦ ਜੀ ਦੀ ਕੰਬਲੀ ਜਦੋਂ ਹਾਥੀ ਤੇ ਰੱਖੀ, ਹਾਥੀ ਧਰਤੀ 'ਚ ਫਸ ਜਾਂਦਾ। ਸਾਰੇ ਹੈਰਾਨ ਹੋਏ। ਭਗਵਾਨ ਜੀ ਕਹਿੰਦੇ ਭਾਈ ਅਸੀਂ ਕਮਲੀਏ ਦੇ ਮੋਢਿਆਂ ਤੇ ਬਹਿ ਕੇ ਆਵਾਂਗੇ। ਬਚਪਨ 'ਚ ਬਾਬਾ ਕਮਲੀਆ ਜੀ ਬਾਬਾ ਸ਼੍ਰੀ ਚੰਦ ਜੀ ਨੇ ਵੱਡੇ ਨੇ। ਜਿੱਦਾਂ ਕਿ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਦੀ ਬੜੀ ਬੇਅੰਤ ਸੇਵਾ ਕੀਤੀ, ਭਾਰੀ ਸੇਵਾ ਕੀਤੀ। ਕੋਈ ਕਰ ਨਹੀਂ ਸਕਦਾ ਆਪਣੇ ਮੁਰਸ਼ਦ ਦੀ, ਗੁਰੂ ਦੀ ਸੇਵਾ ਇੱਦਾਂ ਜਿੱਦਾਂ ਭਾਈ ਮਰਦਾਨਾ ਜੀ ਨੇ ਕੀਤੀ ਹੈ। ਤੇ ਸੰਗਤ ਜੀ ਇਸੇ ਪ੍ਰਕਾਰ ਭਾਈ ਕਮਲੀਏ ਨੇ, ਮਾਤਾ ਬੇਬੇ ਨਾਨਕੀ ਜੀ ਨੇ ਉਹਨਾਂ ਨੂੰ ਲਿਆਂਦਾ ਸੀ, ਤੇ ਭਾਈ ਕਮਲੀਆ ਜੀ ਨੇ ਬੜੀ ਤਨ ਮਨ ਧਨ ਨਾਲ ਬਾਬਾ ਸ਼੍ਰੀ ਚੰਦ ਜੀ ਦੀ ਸੇਵਾ ਕੀਤੀ ਹੈ। ਬਾਬਾ ਸ਼੍ਰੀ ਚੰਦ ਸਾਹਿਬ ਭਾਈ ਕਮਲੀਏ ਦੇ ਮੋਢਿਆਂ ਤੇ ਬਹਿ ਕੇ ਸਵਾਰੀ ਕਰਦੇ ਸਨ। ਬੜੇ ਦਿਆਲੂ ਕਿਰਪਾਲੂ ਦਾਤੇ ਸਨ।
ਅੱਜ ਵੀ ਸੰਗਤਾਂ ਦੇ ਵਿੱਚ ਹਾਜ਼ਰ ਨਾਜ਼ਰ ਨੇ। ਉਹਨਾਂ ਦੀਆਂ ਬਖਸ਼ਿਸ਼ਾਂ, ਉਹਨਾਂ ਦੀਆਂ ਰਹਿਮਤਾਂ, ਉਹਨਾਂ ਦੇ ਨਿਆਰੇ ਪਿਆਰੇ ਕੋਤਕ ਵਰਤਦੇ ਰਹਿੰਦੇ ਨੇ। ਗੁਰੂ ਨਾਨਕ ਸਾਹਿਬ ਨੇ ਵਰ ਦਿੱਤਾ ਸ਼੍ਰੀ ਚੰਦ, ਜਿੱਥੇ ਕਿਤੇ ਤੇਰਾ ਧੂਣਾ ਹੋਏਗਾ ਉੱਥੇ ਰੁੱਖਾਂ ਕੁੱਤਿਆਂ 'ਚ ਵੀ ਕਰਾਮਾਤ ਹੋਏਗੀ। ਜਿਸ ਦਰ ਤੇ ਤੁਸੀਂ ਆਏ ਹੋ, ਮਰ ਸੱਚੇ ਪਾਤਸ਼ਾਹ ਆਪ ਜੀ ਦੀਆਂ ਮਨੋਕਾਮਨਾਵਾਂ ਮਨੋਭਾਵਨਾ ਸੰਪੂਰਨ ਕਰਨ, ਔਰ ਦਾਸ ਦੀ ਜਥੇ ਦੀ ਚੜ੍ਹਦੀ ਕਲਾ ਦੀ ਸਾਰੀ ਸੰਗਤ ਅਰਦਾਸ ਕਰਿਓ। ਔਰ ਸਮੇਂ ਸਮੇਂ ਅਨੁਸਾਰ ਤਨ ਮਨ ਧਨ ਨਾਲ ਸਾਰੇ ਸਹਿਯੋਗ ਕਰਿਓ। ਸਿਮਰਨ ਜਾਪ ਸ਼ੁਰੂ ਹੋ ਰਿਹਾ ਹੈ 17 ਤਰੀਕ ਤੋਂ 28 ਫਰਵਰੀ ਤੱਕ। ਸੋ ਸੰਗਤ ਜੀ, ਸਮਾਂ ਜਿਹੜਾ ਹੈ ਰਾਤ 7 ਤੋਂ 8 ਵਜੇ ਤੱਕ ਦਾ ਹਰ ਸਾਲ ਹੁੰਦਾ। ਬੜੇ ਸਾਲਾਂ ਤੋਂ ਸਮੁੱਚੇ ਜਗਤ ਦੇ ਭਲੇ ਲਈ ਰੱਖਿਆ ਜਾਂਦਾ ਹੈ। ਸੋ ਇਸ ਵਾਰ ਵੀ ਅਕਾਲ ਪੁਰਖ ਨੇ ਰਹਿਮਤ ਕੀਤੀ ਹੈ, ਦਇਆ ਕੀਤੀ ਹੈ, ਤਰਸ ਕੀਤਾ ਹੈ ਵਾਹਿਗੁਰੂ ਨੇ। ਸਿਮਰਨ ਜਾਪ 17 ਫਰਵਰੀ ਤੋਂ ਸ਼ੁਰੂ ਹੋ ਕੇ 28 ਫਰਵਰੀ ਤੱਕ ਚੱਲਣੇ। ਆਪ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰਨੀ ਹੈ। 28 ਨੂੰ ਸਮਾਗਮ ਹੋਣਾ ਹੈ। ਸਾਰੇ ਅਸੀਸ ਬਖਸ਼ੇ, ਅਰਦਾਸ ਕਰੋ ਦਾਸ ਦੀ ਜਥੇ ਦੀ ਚੜ੍ਹਦੀ ਕਲਾ ਰਸੇ ਠੀਕ ਰਹੇ। ਆਪ ਸਾਰੀਆਂ ਸੰਗਤਾਂ ਦੇ ਜੋੜੇ ਮੈਂ ਝਾੜਦਾ ਰਵਾਂ, ਤੁਹਾਡੇ ਚਰਨਾਂ ਦੀ ਧੂੜ ਲੈਂਦੇ ਰਹੀਏ। ਗੁਰੂ ਗੁਰੂ ਜਪ ਕੇ ਗੁਰੂ ਘਰ ਦੀ, ਗੁਰੂ ਪੰਥ ਦੀ, ਗੁਰੂ ਪਿਆਰੀ ਸੰਗਤ ਦੀ ਸੇਵਾ ਕਰਦੇ ਰਹੀਏ। ਆਓ ਆਨੰਦ ਸਾਹਿਬ ਦਾ ਜਾਪ ਅਰਦਾਸ ਸਤਿਗੁਰ ਦੇ ਪਾਵਨ ਪਵਿੱਤਰ ਹੁਕਮਨਾਮੇ ਸੁਣ ਕੇ ਬਾਪੂ ਦੀਆਂ ਖੁਸ਼ੀਆਂ ਲੈ ਕੇ ਸਾਰੇ ਨੇ ਗੁਰੂ ਗੁਰੂ ਜਪਦੇ ਘਰਾਂ ਨੂੰ ਜਾਣੇ। ਕਦੇ ਵੀ ਗੁਰੂ ਘਰ ਤੋਂ ਨਿਰਾਸ਼ ਹੋ ਕੇ ਨਾ ਜਾਇਆ ਕਰੋ, ਖੁਸ਼ ਹੋ ਕੇ ਜਾਇਆ ਕਰੋ। ਜਿਸ ਆਸ ਨੂੰ ਲੈ ਕੇ ਆਉਂਦੇ ਆ ਪਰਮਾਤਮਾ ਪੂਰੀ ਜ਼ਰੂਰ ਕਰਦਾ। ਥੋੜਾ ਜਿਹਾ ਵਕਤ ਭਾਈ ਲੱਗ ਜਾਂਦਾ, ਡੋਲੀ ਤਾਂ ਨਹੀਂ ਹੁੰਦਾ। ਚੜ੍ਹਦੀ ਕਲਾ ਚ ਰਹੀਦਾ, ਸਿਦਕ ਚ ਰਹੀਦਾ, ਭਰੋਸੇ ਚ ਰਹੀਦਾ। ਕਦੇ ਡੋਲੋ ਨਾ। ਅੱਜ ਨਹੀਂ ਤੇ ਕੱਲ ਸਹੀ ਬਾਬਾ ਨਾਨਕ ਜ਼ਰੂਰ ਖੁਸ਼ੀਆਂ ਦਾ ਖੇੜਾ ਬਖਸ਼ੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।